हाय एवरीवन, सो वेलकम टू पंजाब सक्सेस मंत्रा स्टूडेंट्स। तो आज के सेशन में हम डिस्कस करने जा रहे हैं फिक्स प्रेपोजिशन का पार्ट 4, राइट। तो 30 तक हमने लास्ट सेशन में क्वेश्चन डिस्कस किए थे, तो 31st क्वेश्चन की तरफ मूव करते हैं। तो क्वेश्चन आपको यहाँ पे जैसे शो हो रहा है, आप इस क्वेश्चन को एक बार पढ़ सकते हो, राइट। अकॉर्डिंगली आपको इसका आंसर बताना है। सो पूरा आई एब्सोल्युटली रिफ्यूज टू पुट डैश विद दैट सॉर्ट ऑफ कंडक्ट, राइट। अब यहाँ पे ये फ्रेजल वर्ब का क्वेश्चन है स्टूडेंट्स। पुट के साथ बहुत सारी फ्रेजेस बन जाती हैं, जैसे पुट ऑन होता है, पुट आउट भी होता है, पुट अप होता है, पुट अप विद भी होता है, राइट। फिर आपका जो है पुट ऑफ भी होता है। तो यहाँ पे हम क्या लगाएं, यहाँ पे क्या कॉन्टेक्स्ट चल रहा है वो आपको देखना पड़ेगा। आई एब्सोल्युटली रिफ्यूज टू पुट डैश विद दैट सॉर्ट ऑफ कंडक्ट। अब मैं ये सारी थोड़ी एक्सप्लेन कर देता हूं। अगर हम पुट के साथ अप लगाएं तो पुट अप का क्या क्या मीनिंग निकलता है वो बता देता हूं। पुट अप फ्रेजल वर्ब के ना दो मीनिंग होते हैं, तो इधर दो मतलब निकलते हैं जी। पुट अप हुंदी है फ्रेज, ठीक है। ਇਹਦੇ ਦੋ ਮਤਲਬ ਹੁੰਦੇ ਆ। ਇੱਕ ਤਾਂ ਹੁੰਦਾ ਹੈ ਸਟੇ ਕਰਨਾ। ਸਟੇ ਕਰਨਾ ਇਹਦਾ ਮਤਲਬ ਇਸ ਕੰਟੈਕਸਟ ਵੀ ਇਹਨੂੰ ਯੂਜ਼ ਕਰਦੇ ਆ। ਜਿੱਦਾਂ ਮੈਂ ਤੁਹਾਨੂੰ ਕਹਿੰਦਾ ਕਿ ਵੇਅਰ ਡੂ ਯੂ ਪੁੱਟ ਅਪ ਥੀਸ ਡੇਜ਼, ਮਤਲਬ ਅੱਜ ਕੱਲ ਤੁਸੀਂ ਕਿੱਥੇ ਰੁਕੇ ਹੋ, ਕਿੱਥੇ ਠਹਿਰੇ ਹੋ। ਵੇਅਰ ਡੂ ਯੂ ਪੁੱਟ ਅਪ ਥੀਸ ਡੇਜ਼, ਇੱਕ ਤਾਂ ਇਹ ਮਤਲਬ ਹੁੰਦਾ ਇਹਦਾ। ਦੂਜਾ ਪੁੱਟ ਅਪ ਦਾ ਮਤਲਬ ਹੁੰਦਾ ਜਿੱਦਾਂ ਤੁਸੀਂ ਆਪਣੀ ਕੋਈ ਫਰੇਮ ਹੈ ਤੁਹਾਡੇ ਕੋਲ, ਤੁਸੀਂ ਉਹਨੂੰ ਦੀਵਾਰ ਵਾਲ पे आपने उसको फिक्स कर दिया, ਤਾਂ ਉਸ ਕੰਟੈਕਸਟ ਵੀ ਆਪਾਂ ਪੁੱਟ ਅਪ ਨੂੰ ਯੂਜ਼ ਕਰਦੇ ਹਾਂ। ਜਦ ਤੁਸੀਂ ਕਹਿੰਦੇ ਕਿ ਮੈਂ ਨੋਟਿਸ ਬੋਰਡ ਨੂੰ ਨੋਟਿਸ ਬੋਰਡ ਦੇ ਉੱਤੇ ਲਗਾਤਾ, ਤਾਂ ਆਪਾਂ ਇਦਾਂ ਵੀ ਬੋਲਾਂਗੇ ਪੁੱਟ ਅਪ ਦ ਨੋਟਿਸ ਔਨ ਦਾ ਨੋਟਿਸ ਬੋਰਡ। ਤਾਂ ਟੂ ਫਿਕਸ ਕਰਨੇ ਦੇ ਕੰਟੈਕਸਟ ਵੀ ਇਸ ਫਰੇਜ਼ਲ ਵਰਬ ਨੂੰ ਯੂਜ਼ ਕੀਤਾ ਜਾਂਦਾ ਹੈ। ਇਹਦਾ ਸੈਕੰਡ ਮਤਲਬ ਹੁੰਦਾ ਟੂ ਫਿਕਸ ਕਰਨਾ, टू फिक्स, राइट। तो पुट अप फ्रेजल वर्ब ਦੇ ਦੋ ਮਤਲਬ ਹੁੰਦੇ ਜੀ। ਸਟੇ ਦੇ ਕੰਟੈਕਸਟ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ, ਤਾਂ ਫਿਕਸ ਕਰਨੇ ਦੇ ਕੰਟੈਕਸਟ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਤਾਂ ਇਸ ਸੈਂਟੈਂਸ 'ਚ ਤਾਂ ਪੁੱਟ ਅਪ ਇੱਥੇ ਬਣਦਾ ਨਹੀਂ ਹੈ, ਇਹ ਤਾਂ ਇੱਥੇ ਗਲਤ ਹੋ ਜਾਏਗਾ, ਰਾਈਟ। ਹੁਣ ਪੁੱਟ ਦੇ ਨਾਲ ਆਪਾਂ ਔਨ ਦੀ ਗੱਲ ਕਰੀਏ ਤਾਂ ਪਿੱਛੇ ਵੀ ਇੱਕ ਸੈਂਟੈਂਸ ਕਰਾਇਆ ਸੀ ਪਿਛਲੇ ਸੈਸ਼ਨ 'ਚ, ਤਾਂ ਉੱਥੇ ਤੁਹਾਨੂੰ ਦੱਸਿਆ ਸੀ ਪੁੱਟ ਔਨ ਦੇ ਵੀ ਦੋ ਮਤਲਬ ਹੁੰਦੇ ਆ। ਪੁੱਟ ਔਨ ਫਰੇਜ਼ਲ ਵਰਬ ਦੇ ਵੀ ਦੋ ਮਤਲਬ ਨਿਕਲਦੇ ਆ। ਪੁੱਟ ਔਨ ਦਾ ਇੱਕ ਮਤਲਬ ਹੁੰਦਾ ਗੇਨ ਕਰਨੇ ਦੇ ਕੰਟੈਕਸਟ 'ਚ, ਜਿੱਦਾਂ ਅੱਜ ਕੱਲ ਮਤਲਬ ਆਪਾਂ ਬੋਲ ਰਹੇ ਕੋਈ ਦੁਬਲਾ ਪਤਲਾ ਇਨਸਾਨ ਹੈ, ਉਹ ਜਿਮ ਜਾਣਾ ਉਹਨੇ ਸਟਾਰਟ ਕਰਤਾ ਤੇ ਉਹਨੇ ਉੱਥੇ weight ਨੂੰ ਗੇਨ ਕਰ ਲਿਆ। ਸ਼ੀ ਇਜ਼ ਪੁੱਟਿੰਗ ਔਨ weight these days, ਰਾਈਟ। ਤਾਂ ਪੁੱਟ ਔਨ ਦਾ ਮਤਲਬ ਪਹਿਲਾਂ ਇੱਕ ਗੇਨ ਦੇ ਕੰਟੈਕਸਟ ਹੁੰਦਾ। ਪੁੱਟ ਔਨ ਦਾ ਮਤਲਬ ਵੇਅਰ ਵੀ ਹੁੰਦਾ, ਪਹਿਨਣੇ ਨੂੰ ਵੀ ਕਹਿੰਦੇ ਆ ਸਟੂਡੈਂਟਸ, ਠੀਕ ਹੈ। she put on a beautiful watch या he put on a beautiful dress, right। मतलब किसी ने जो है बढ़िया चीज पहनी है। तो पहनण ਦੇ ਕੰਟੈਕਸਟ 'ਚ ਵੀ ਆਪਾਂ ਪੁੱਟ ਔਨ ਨੂੰ ਯੂਜ਼ ਕਰਦੇ ਆ। ਗੇਨ ਦੇ ਕੰਟੈਕਸਟ ਵੀ ਇਸ ਫਰੇਜ਼ਲ ਵਰਬ ਦਾ ਯੂਜ਼ ਕੀਤਾ ਜਾਂਦਾ ਹੈ, ਰਾਈਟ। ਤੀਜੀ ਦੀ ਆਪਾਂ ਗੱਲ ਕਰੀਏ ਪੁੱਟ ਫॉर ਤਾਂ ਹੁੰਦਾ ਨਹੀਂ ਹੈ। ਹੁਣ ਪੁੱਟ ਵਿਦ ਵੀ ਇਕੱਲਾ ਨਹੀਂ ਹੁੰਦਾ ਹੈ। ਪੁੱਟ ਵਿਦ ਕੋਈ ਫਰੇਜ਼ਲ ਵਰਬ ਨਹੀਂ ਹੈ, ਇਹ ਤਾਂ ਗਲਤ ਹੈ। ਹੋਰ ਇੱਕ ਹੋਰ ਹੈ ਜਿਹੜੀ ਇੰਪੋਰਟੈਂਟ ਹੈ ਇसी ਸੀਰੀਜ਼ ਜਿਹੜੀ ਹੈ ਪੁੱਟ ਆਫ। पुट ऑफ OFF ਹੁੰਦਾ ਜੀ। और पुट ऑफ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਤੁਸੀਂ ਪੋਸਟਪੋਨ ਕਰ ਦੇਣਾ, ਮਤਲਬ ਤੁਸੀਂ ਸਥਗਿਤ ਕਰਤਾ, ਕਿਸੇ ਟਾਈਮ ਲਈ ਤੁਸੀਂ ਉਸ ਚੀਜ਼ ਨੂੰ ਰੋਕਤਾ, ਠੀਕ ਹੈ। ਪੁਟ ਆਫ ਮਤਲਬ ਪੋਸਟਪੋਨ ਕਰਨਾ। ਤਾਂ ਪੋਸਟਪੋਨ ਲਿਖ ਸਕਦੇ ਆਪਾਂ ਇੱਥੇ, ਰਾਈਟ। ਜਿੱਦਾਂ ਆਪਾਂ ਬੋਲੀਏ ਤੁਸੀਂ ਕਹਿੰਦੇ ਕਿ ਡਿਊ ਟੂ ਡਾਊਨਪੋਰ ਮਤਲਬ ਹੈਵੀ ਰੇਨ ਨੂੰ ਕਹਿੰਦੇ, मूसलाधार बारिश। ड्यू टू डाउनपोर आई पुट ऑफ माई जर्नी, मतलब तुसी अपनी यात्रा ਨੂੰ स्थगित करता, राइट। फिर एक होर कॉल्ड ऑफ भी ਹੁੰਦਾ। कॉल्ड ऑफ मतलब रोक देना ਹੁੰਦਾ, फिर कैंसिल कर देना ਹੁੰਦਾ। जिदा द वर्कर्स हैव कॉल्ड ऑफ द स्ट्राइक, तो कॉल्ड ऑफ ਦਾ मतलब स्टॉप करना ਹੁੰਦਾ, रोकना करना ਹੁੰਦਾ है, कैंसिल करना ਹੁੰਦਾ है। ਇਹਦਾ मतलब ਅੱਗੇ ਤੁਸੀਂ ਕਿਸੇ ਚੀਜ਼ ਨੂੰ पोस्टपोन करता, राइट। ਹੁਣ ਇੱਥੇ ਕੀ ਆਊਗਾ, पुट विद ਤਾਂ ਨਹੀਂ ਹੋਏਗਾ, पुट विद पुट फॉर गलत है। ਇੱਥੇ ਆਣਾ ਤਾਂ ਆਨਸਰ ए ਹੀ ਹੈ, ठीक है। आंसर ਤਾਂ देखो जी ਇੱਥੇ ए ਹੀ ਲੱਗੂਗਾ। पर इत्थे गल ये है कि इत्थे मेनली जिहड़ी मेन गल है वो ये है कि इत्थे पुट अप कल्ला नहीं बन रहा, ये पूरी फ्रेजल वर्ब बनूगी इत्थों लेके इत्थे तक, ठीक है। ये फिर अड फ्रेज हुंदी। पुट अप दे मीनिंग तुहानूं मैं अड दसती, तो इत्थे पुट अप दा मतलब होर हुंदा है। पुट अप दा मतलब ये निकले स्टे ते फिक्स करना। ये पूरी फ्रेजल वर्ब बनदी है पुट अप विद, ठीक है। तो पुट अप विद दा मतलब हुंदा किसी नूं मतलब ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਜਰਨਾ, ਕਿਸੇ ਨੂੰ ਬਰਦਾਸ਼ਤ ਕਰਨਾ, ਟੋਲਰੇਟ ਕਰਨਾ, ਠੀਕ ਹੈ। ਜਾਂ ਕਿਸੇ ਦੇ ਨਾਲ ਤੁਸੀਂ ਕਹਿੰਦੇ ਕਿ ਯਾਰ ਇਸ ਬੰਦੇ ਨਾਲ ਨਾ ਮੇਰੀ ਹੁਣ ਜ਼ਿਆਦਾ ਬਣ ਨਹੀਂ ਸਕਦੀ, ਮੇਰੀ ਨਿਭ ਨਹੀਂ ਸਕਦੀ ਬਾਈ ਇਸ ਬੰਦੇ ਨਾਲ, ਮੈਂ ਇਸ ਬੰਦੇ ਨੂੰ ਹੁਣ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦਾ, ਮੇਰੀ ਦੇ ਨਾਲ ਬਣ ਨਹੀਂ ਸਕਦੀ, ਨਿਭ ਨਹੀਂ ਸਕਦੀ। ਤਾਂ ਤੁਸੀਂ ਉੱਥੇ ਇਸ ਫਰੇਜ਼ਲ ਵਰਬ ਨੂੰ ਯੂਜ਼ ਕਰ ਸਕਦੇ ਹੋ। ਟੋਲਰੇਟ ਇਹਦਾ ਮਤਲਬ ਹੁੰਦਾ ਸਹਿਨ ਕਰਨਾ, ਬਰਦਾਸ਼ਤ ਕਰਨਾ। ਤੁਸੀਂ ਬੋਲ ਸਕਦੇ ਹੋ ਆਈ ਕੈਨ ਨਾਟ ਪੁੱਟ ਅਪ ਵਿਦ ਹਿਮ ਐਨੀ ਲੌਂਗਰ,
मतलब इस बंदे ਨੂੰ ਹੁਣ ਮੈਂ ਜ਼ਿਆਦਾ ਜਰ ਨਹੀਂ ਸਕਦਾ, ਜ਼ਿਆਦਾ ਇਹਨੂੰ ਟੋਲਰੇਟ ਨਹੀਂ ਕਰ ਸਕਦਾ, ਰਾਈਟ। ਤਾਂ ਇੱਥੇ ਆਨਸਰ ਤਾਂ A ਹੋਊਗਾ ਜੀ, ਠੀਕ ਹੈ। ਹੋਰ ਮੈਂ ਜਿਹੜੀ ਐਡੀਸ਼ਨਲ ਗੱਲਾਂ ਦੱਸ ਰਿਹਾ ਇਹਨਾਂ ਨੂੰ ਆਪਣੀ ਕਾਪੀ ਤੇ ਨੋਟਸ ਬਣਾਉਂਦੇ ਚਲੋ। 32 ਨੰਬਰ ਕਹਿੰਦਾ ਵੀ ਵਿਲ ਹੈਵ ਟੂ ਅਟੋਨ ਡੈਸ਼ ਆਵਰ ਮਿਸਡੀਡਸ। ਮਿਸਡੀਡਸ ਹੁੰਦਾ ਜਿਹੜੇ ਆਪਾਂ ਬੁਰੇ ਕੰਮ ਕਰਦੇ ਆ, ਡੀਡਸ ਹੁੰਦਾ ਐਕਸ਼ਨਸ, ਹੈ ਨਾ, ਵਰਕਸ, ਐਕਸ਼ਨਸ, ਡੀਡਸ ਜਿਹੜੇ ਆਪਾਂ ਕੰਮ ਕਰਦੇ ਆ, ਜਿਹੜੀ ਸਾਡੀ ਕਰਨੀ ਹੈ। ਤੇ ਮਿਸਡੀਡਸ ਮਤਲਬ ਜਿਹੜੀ ਸਾਡੀ ਗਲਤ ਜਿਹੜੇ ਆਪਾਂ ਕੰਮ ਕਰਦੇ ਆ। ਤਾਂ ਹਰ ਬੰਦੇ ਨੂੰ ਨਾ ਆਪਣੀ ਗਲਤੀਆਂ ਵਾਸਤੇ ਕੁਛ ਨਾ ਕੁਛ ਮਤਲਬ ਉਹਨੂੰ ਜੋ ਹੈ ਉਸ ਚੀਜ਼ ਦਾ ਭੁਗਤਾਨ ਕਰਨਾ ਪੈਂਦਾ ਹੈ। ਸੋ ਵੀ ਵਿਲ ਹੈਵ ਟੂ ਅਟੋਨ ਫॉर, ਅਟੋਨ ਦੇ ਨਾਲ ਲੱਗਦੀ ਹੈ ਫਿਕਸਡ ਪ੍ਰੈਪੋਜੀਸ਼ਨ ਫॉर, ਮਤਲਬ ਸਾਨੂੰ ਉਹ ਚੀਜ਼ ਕਦੇ ਨਾ ਕਦੇ ਉਹਦੇ ਵਾਸਤੇ ਉਹਦਾ जो है पनिशमेंट जरूर मिलती है। सो वी विल हैव टू अटोन फॉर अवर मिसडीड्स, मतलब हमें जो अपनी गलतियों की, मिस्टेक्स की, मिसडीड्स की, जो हम गलत काम करते हैं उन्होंने बदले सानू मतलब ਉਹਦਾ दंड जरूर मिलता है, पनिशमेंट जरूर दिंदा है रब, राइट। ये बोलना चाह रहा। आगे देखो 33 नंबर कहता है द क्लाइमेट इज नॉट कंड्यूसिव डैश गुड हेल्थ, मतलब ਜਿਹੜਾ क्लाइमेट है, ਜਿਹੜਾ वातावरण है, मौसम है, ठीक है, वो कहता कि ਜਿਹੜਾ वो अनुकूल नहीं है, मतलब ਉਹਦੀ ਜਿਹੜੀ ਹੈਲਥ ਹੈ, ਅੱਛੀ ਹੈਲਥ ਹੈ ਉਹਦੇ ਵਾਸਤੇ, ਮਤਲਬ ਕਹਿੰਦੇ ਨਾ ਆਪਾਂ ਕਿ ਕਈ ਵਾਰ ਤੁਸੀਂ ਬਈ ਕਲਾਈਮੇਟ ਸਾਨੂੰ ਸੂਟ ਨਹੀਂ ਕੀਤਾ, ਉੱਥੇ ਵਾਤਾਵਰਣ ਜਿਹੜਾ ਸੀਗਾ ਹਨਾ, ਉੱਥੇ ਪਾਣੀ ਚੇਂਜ ਹੋ ਜਾਂਦਾ ਹੈ, ਤੁਸੀਂ ਅੱਡ ਜਗ੍ਹਾ ਜਾਂਦੇ ਹੋ, ਤਾਂ ਉਸ ਵਿੱਚ ਕਹਿੰਦਾ ਕਿ ਅਨੁਕੂਲ ਨਹੀਂ ਉਹਦੀ ਹੈਲਥ ਵਾਸਤੇ, ਅੱਛੀ ਹੈਲਥ ਵਾਸਤੇ ਉਹ ਜਿਹੜਾ ਵਾਤਾਵਰਣ ਉੱਥੇ ਦਾ ਉਹ ਅਨੁਕੂਲ ਨਹੀਂ ਹੈ। ਤਾਂ ਕੰਡਿਊਸਿਵ ਦੇ ਨਾਲ ਲੱਗਦੀ ਫਿਕਸਡ ਪ੍ਰੈਪੋਜੀਸ਼ਨ ਟੂ, ਰਾਈਟ। ਚਲੋ 34 ਨੰਬਰ ਦੇਖਿਓ, ਕਹਿੰਦਾ ਦ ਚਾਈਲਡ ਡਿਡ ਨਾਟ ਅਪਰੂਵ ਡੈਸ਼ ਦਾ ਫਾਦਰਸ ਪਲਾਨ। ਅਪਰੂਵ ਹੁੰਦਾ ਮੰਨਣਾ, ਠੀਕ ਹੈ। ਹੁਣ ਅਪਰੂਵ ਦੇ ਨਾਲ ਪ੍ਰੈਪੋਜੀਸ਼ਨਾਂ ਦੋ ਲੱਗਦੀਆਂ, ਇੱਕ ਤਾਂ ਅਪਰੂਵ ਦੇ ਨਾਲ ਬਾਏ ਵੀ ਲੱਗਦਾ ਹੈ। ਅਪਰੂਵ ਬਾਏ ਤਾਂ ਹੁੰਦਾ ਪੈਸਿਵ ਵੌਇਸ, ਦ ਪਲਾਨ ਵਾਸ ਅਪਰੂਵਡ ਬਾਏ ਦ ਫਾਦਰ, ਜੇ ਆਪਾਂ ਇਹਦਾ ਬੋਲੀਏ ਬਾਏ ਹਿਮ, ਜੇ ਅੱਗੇ ਲਿਵਿੰਗ ਬੀਇੰਗ ਦਾ ਕੰਟੈਕਸਟ ਹੋ, ਠੀਕ ਹੈ, ਕਿ ਕਿਸੇ ਬੰਦੇ ਨੇ ਕਿਸੇ ਗੱਲ ਨੂੰ ਅਪਰੂਵ ਕੀਤਾ ਤਾਂ ਉੱਥੇ ਅਪਰੂਵਡ ਬਾਏ ਹਿਮ ਹੁੰਦਾ, ਤਾਂ ਫਿਰ ਬਾਏ ਲੱਗਦਾ ਹੈ। ਲੇਕਿਨ ਇੱਥੇ ਇਦਾਂ ਨਹੀਂ ਬੋਲ ਰਿਹਾ, ਬੋਲ ਰਿਹਾ ਦ ਚਾਈਲਡ ਡਿਡ ਨਾਟ ਅਪਰੂਵ ਡੈਸ਼ ਦਾ ਫਾਦਰਸ ਪਲਾਨ, मतलब इतने प्लान की गल हो रही है, फादर ਦੇ ਦੁਆਰਾ ਕੀਤਾ ਗਿਆ ਇਹ ਨਹੀਂ ਗੱਲ ਹੋ ਰਹੀ ਹੈ, ਤਾਂ ਫਿਰ ਉੱਥੇ ਲੱਗਦਾ ਆਫ, ਰਾਈਟ। ਇੱਥੇ ਆਨਸਰ ਆਏਗਾ ਦ ਚਾਈਲਡ ਡਿਡਨਟ ਅਪਰੂਵ ਆਫ ਦ ਫਾਦਰਸ ਪਲਾਨ। ਦੋ ਪ੍ਰੈਪੋਜੀਸ਼ਨ ਨਾਲ ਲੈਂਦਾ ਅਪਰੂਵ, ਅਪਰੂਵਡ ਬਾਈ ਹਿਮ ਹੁੰਦਾ, ਜੇ ਪੈਸਿਵ ਵੌਇਸ ਇਦਾਂ ਦਿੱਤਾ ਹੋ ਅਪਰੂਵਡ ਬਾਈ ਹੂਮ, ਬਾਈ ਹਿਮ। ਜੇ ਕਿਸੇ ਬੰਦੇ ਦੇ ਦੁਆਰਾ ਆਪਾਂ ਗੱਲ ਕਰੀਏ, ਠੀਕ ਹੈ, ਤਾਂ ਫਿਰ ਉੱਥੇ ਬਾਏ ਲਗਾਉਂਦੇ ਆ। ਇੱਥੇ ਪਲਾਨ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਆਫ ਆਏਗਾ। 35 नंबर देखो जी, ये बड़ा बढ़िया सवाल है। वी वार्नड हर डैश द डेंजर, वी वार्नड हर डैश द डेंजर, राइट। हुण इस क्वेश्चन च ज्यादातर बच्चे इत्थे अबाउट पा देंगे, वी वार्नड हर अबाउट द डेंजर, राइट, अबाउट द डेंजर। देखो वार्निंग जब आपां किसी बंदे नूं ना इस कॉन्टेक्स्ट च दिंदे कि भी तू लाइफ च बड़ी गलतियां कर रहा, संभल जा, ठीक है। किसी तुसी वार्निंग उस कॉन्टेक्स्ट च तुसी खतरे तो, हुण जे खतरा इदां दा है, ठीक है, खतरा है, मान लो बाढ़ आ गई, सुनामी आ गई, ठीक है, उस गल दी जे तुसी वार्निंग कर रहे हो ना, तो उत्थे लगांदे प्रैपोजिशन बेसिकली ऑफ। वी वार्नड हर ऑफ द डेंजर। अबाउट उत्थे लगांदे आपां जे तुसी किसी नूं, मतलब कोई बंदा लगातार गलतियां कर रहा, तुसी उस गल दी उन्होंने वार्निंग दे रहे हो, वी वार्नड हर अबाउट द डेंजर, ठीक है। तो उत्थे अबाउट लगता है जब आपां बेसिकली किसी खतरे की बात करते हैं, किसी खतरे की बात करते हैं, ठीक है, तो उत्थे फिर ऑफ लगाते हैं, वी वार्नड हर ऑफ द डेंजर, इत्थे ऑफ आऊगा आंसर। आगे देखो 36 नंबर की कहता वी ऑल लाफ्ड डैश द अफेयर, ठीक है। हुण आपां हसे, मैं तुहानूं दस्सिया सी इस सीरीज कि स्माइल्ड एट हुंदा है, लाफ्ड एट हुंदा है, ठीक है, ग्रीन एट हुंदा है, चकल एट हुंदा है, मॉक एट हुंदा है, जे अगे कोई बंदा हो, पर्सन, ठीक है। द चिल्ड्रन आर मॉकिंग एट द बैगर, राइट, मतलब बैगर भिखारी दा वो मजाक उड़ा रहे हैं बच्चे, छोटे जेड़े न्याणे हुंदे, ठीक है, तो वो जिहड़ा बैगर है उहदा मजाक उड़ा रहे हैं, तो उत्थे पर्सन है, इत्थे आपां पर्सन दी गल नहीं, आपां किसी दे अफेयर दे उत्ते हस रहे हैं, इत्थे एक थिंग है, चीज है, तो फिर की आऊगा इत्थे, वी ऑल लाफ्ड ओवर, इत्थे आऊगा हुण ओवर द अफेयर। किसी दे अफेयर दे उत्ते आपां हस रहे, ना कि किसी पर्सन दे उत्ते हस रहे, पर्सन दी गल हो तो उत्थे लाफ एट लगदा है। वो स्माइल्ड ऑन भी हुंदा है, स्माइल ऑन भी थिंग्स दे चक्कर च ही लगदा है। ध्यान रखो 37 कहंदा 37 ही वेंट डैश द सी अलोन, मतलब वो सी दे बल चला गया कल्ला ही। हुण चाहे देखो, चाहे इत्थे वेंट आ गया तो गो दी सेकंड फॉर्म, चाहे गो आए, चाहे तुहाडा गोज दिता हो, चाहे तुहाडा गोइंग दिता हो, चाहे तुहाडा वेंट दिता हो, चाहे
ਗੋਨ ਦਿੱਤਾ ਹੋ ਤੇ ਗੋ ਬੇਸ ਫਾਰਮ ਹੁੰਦੀ ਹੈ, ਇਤੋਂ ਹੀ ਅੱਗੇ ਜਾ ਕੇ ਸਾਰੀਆਂ ਬਣਦੀਆਂ, ठीक है। गो दी वेंट होंगी है, फिर थर्ड गॉन होंगी है, फिर फोर्थ चौथी गोइंग होती है, फिर पंजवीं गोज होंगी है ना। तो ये सारी वर्ब्स इतों ही बनती है बेस फॉर्म तो, पहली फॉर्म नू बेस फॉर्म कहते हैं राइट। तो ये सारियां इतों बनी है। इन्हां तो अगे जद भी कदे इत्थे प्लेस दी गल, प्लेस च कोई प्लेस मैंशनड हो, जिदा सी दिता इत्थे, तो ये सारी वर्ब अपने नाल टू लेंदी है, ठीक है। तो ही गोज टू मार्केट, इदा जिदा आप बोलते अगे कोई था हो तो फिर टू ही लगता है इन्हां दे नाल। तो गो वेंट दे नाल भी इत्थे क्या होगा, टू। ही वेंट टू द सी अलोन। आगे देखो क्वेश्चन नंबर, एक क्वेश्चन इत्थे मिस है बाय मिस्टेक, क्वेश्चन नंबर 37 तो बाद 39 आ गया डायरेक्ट, ठीक है। तो डिजायर डैश सेल्फ एक्सप्रेशन इज वन ऑफ द बेसिक क्वालिटीज ऑफ मैन। डिजायर दे नाल ध्यान रखना, डिजायर दे नाल लगदी है preposition for। desire for self expression is one of the basic qualities of man। desire for ਹੁੰਦਾ ਹੈ, ਧਿਆਨ ਰੱਖਿਓ desire ਦੇ ਨਾਲ ਕਿਹੜੀ preposition ਲੱਗਦੀ ਹੈ, for। ਅੱਗੇ ਦੇਖਿਓ ਜੀ question number 40, the bride settled dash very well in the new environment। ਹੁਣ ਇੱਥੇ ਵੀ phrasal verb ਹੈ ਕਿ settled on ਆਏਗਾ, settled down ਆਏਗਾ, settled up ਆਏਗਾ, settled off ਆਏਗਾ, ਰਾਈਟ। ਇਹ ਤਾਂ ਤੁਸੀਂ ਸਮਝ ਗਏ ਹੋਣੇ ਕਿ ਜਿਹੜੀ दुल्हन है मतलब वो जड़ा नया उन्होंने माहौल मिले आगे, तो उत्थे वो सैटल डाउन हो गई, मतलब वो ढल गई, अडैप्ट कर लिया उन्हें, एडजस्ट कर लिया राइट नए माहौल में। तो इत्थे राइट आंसर साडा बनेगा बी, राइट। द ब्राइड सैटल्ड डाउन वेरी वेल इन द न्यू एनवायरनमेंट, मतलब नए माहौल चो जाके आगे ढल गई, राइट। तो ये 40 क्वेश्चन सीगे जी, ठीक है। तो ये हजे होर इहदे च होर क्वेश्चन होर कराऊंगा, ठीक है। अगे हजे चलती रहेगा फिक्स्ड प्रपोजिशंस, राइट। तो तुसीं इन्हां वीडियोज़ नूं जरूर देखो जी, ठीक है, बहुत फायदा करोगे। मतलब तुसीं मन के चलो कि पटवारी का जिहड़ा हुण पेपर निकलिया पंजाब का, या अगे एक्साइज का होना, वीडियो का होना पेपर, उन्हां वास्ते तुहानूं मतलब ये 1 ते 2 नंबर तुहाडे पक्के हैं प्रपोजिशन के। हुण इस तो बाद आपां चकना फिर क्लॉज, क्लॉज का कॉन्सैप्ट चकना वोकैब के नाल नाल, जिहड़े वोकैब सीरीज़ है, तो ये नाल ही तुहानूं ग्रामर का भी कॉन्सैप्ट जिहड़े पंजाब के पेपरां च मेनली क्वेश्चन पूछे जाते जिन्हां चैप्टर्स से, वो मैं साइड बाय साइड इदां ही तुहानूं करा दूंगा। थैंक यू वेरी मच स्टूडेंट्स, टेक केयर, सी यू, थैंक्स अ लॉट।